Hello dear students, I am Lakhvendra Singh. You are watching Basic Science. Today we will discuss some important experiment like solute, solvent and solution. What are solute, what are solvent and what are solutions? First of all we will discuss definition of solvent कि what are solvent. Solvent ਕੀ ਹੈ? ਸਭ ਤੋਂ ਪਹਿਲਾਂ ਇਹਦਾ ਇੱਕ ਐਕਸਪੈਰੀਮੈਂਟ ਦੇਖਣ ਨੂੰ ਮਿਲੇਗਾ। ਸੋ ਦਿਸ ਇਜ਼ ਏ ਵਾਟਰ। ਸੋਲਵੈਂਟ ਦੀ ਡੈਫੀਨੇਸ਼ਨ ਕੀ ਹੋਏਗੀ? ਪਹਿਲਾਂ ਸੋਲਵੈਂਟ ਦ ਲਿਕੁਇਡ ਇਨ ਵਿਚ ਦੀ ਸਬਸਟਾਂਸ ਡਿਜ਼ੋਲਵ ਇਜ਼ ਕਾਲਡ ਸੋਲਵੈਂਟ। ਜੋ ਵਾਲਾ ਸਬਸਟਾਂਸ ਅਸੀਂ ਲਿਆ ਇੱਕ ਮਟੀਰੀਅਲ ਵਾਟਰ ਕੀ ਹੈ? ਇਜ਼ ਏ ਸੋਲਵੈਂਟ ਹੈ। ਇਹ in this solvent any solute is dissolved। ਕੋਈ ਵੀ ਸਬਸਟਾਂਸ ਜਿਹਦੇ ਵਿੱਚ ਕੋਈ ਚੀਜ਼ ਕੀ ਹੁੰਦੀ ਹੈ ਬੇਟਾ ਜੀ? ਡਿਜ਼ੋਲਵ ਕੀਤੀ ਜਾਂਦੀ ਹੈ, ਉਸ ਨੂੰ ਬੋਲਦੇ ਹਾਂ ਅਸੀਂ ਸੋਲਵੈਂਟ। ਹੁਣ what is a solute? What is a solute? Suppose we have a small amount of salt. We are taking small amount of salt. We will dissolve salt. It work as a solute. It work as a solute ਦਾ ਕੰਮ ਕਰਦਾ ਬੇਟਾ ਜੀ। So salt is dissolved. Salt is a solute. Definition of solute ਦੀ ਕੀ ਲਿਖਾਂਗੇ ਬੇਟਾ ਜੀ ਆਪਾਂ? The substance which dissolve in a liquid are called solute। ਉਹ ਵਾਲਾ ਸਬਸਟਾਂਸ ਜੋ ਕਿਸੇ ਸੋਲਵੈਂਟ ਦੇ ਵਿੱਚ ਡਿਜ਼ੋਲਵ ਹੁੰਦਾ ਹੈ ਅਸੀਂ ਉਸ ਨੂੰ ਕੀ ਕਹਿੰਦੇ ਬੇਟਾ ਜੀ? ਸਲਿਊਟ ਬੋਲਿਆ ਜਾਂਦਾ ਹੈ। ਠੀਕ ਹੈ ਨਾ। ਹੁਣ ਦੁਬਾਰਾ ਫਿਰ ਡੈਫੀਨੇਸ਼ਨ ਨਾਲ ਧਿਆਨ ਨਾਲ ਦੇਖੋ ਕਿ ਜਿਸ ਦੇ ਵਿੱਚ ਕੋਈ ਚੀਜ਼ ਡਿਜ਼ੋਲਵ ਹੁੰਦੀ ਹੈ ਨਾ, ਜਿਵੇਂ ਵਾਟਰ ਹੈ, ਵਾਟਰ ਦੇ ਵਿੱਚ ਕੋਈ ਚੀਜ਼ ਡਿਜ਼ੋਲਵ ਹੋਈ ਹੈ ਨਾ, ਵਾਟਰ ਨੂੰ ਕੀ ਕਹਾਂਗੇ? ਸੋਲਵੈਂਟ। ਠੀਕ ਹੈ ਨਾ। ਜਿਹੜੀ ਚੀਜ਼ ਡਿਜ਼ੋਲਵ ਹੋਈ ਹੈ ਉਸ ਨੂੰ ਕੀ ਕਹਾਂਗੇ ਅਸੀਂ? ਸਲਿਊਟ। ਉਸ ਨੂੰ ਕੀ ਬੋਲਾਂਗੇ ਬੱਚੇ? ਸਲਿਊਟ ਕਹਾਂਗੇ। ਠੀਕ ਹੈ ਨਾ। ਨਾਓ ਆਫਟਰ ਡਿਜ਼ੋਲਵਿੰਗ ਵਿਚ ਮਟੀਰੀਅਲ ਇਜ਼ ਫੋਰਮਡ ਇਜ਼ ਕਾਲਡ ਸੋਲਿਊਸ਼ਨ। ਇਸ ਨੂੰ ਮਿਕਸ ਕਰਨ ਤੋਂ ਬਾਅਦ ਜੋ ਸੋਲਿਊਸ਼ਨ ਮਟੀਰੀਅਲ ਬਣਿਆ ਉਸ ਨੂੰ ਕੀ ਕਹਾਂਗੇ ਅਸੀਂ? ਕੀ ਕਹਾਂਗੇ ਬੇਟਾ ਜੀ? ਸੋਲਿਊਸ਼ਨ। ਦਿਸ ਕਾਲਡ ਸੋਲਿਊਸ਼ਨ। ਸੋਲਿਊਸ਼ਨ ਦੀ ਡੈਫੀਨੇਸ਼ਨ ਕੀ ਲਿਖੋਗੇ? ਵੈਨ ਏ ਸੋਲਿਊਟ ਡਿਜ਼ੋਲਵ ਇਨ ਏ ਸੋਲਵੈਂਟ ਦੀ ਰਿਜ਼ਲਟ ਲਿਕੁਇਡ ਇਜ਼ ਏ ਕਾਲਡ ਸੋਲਿਊਸ਼ਨ। ਠੀਕ ਹੈ ਨਾ। ਕਿ ਜਦੋਂ ਸੋਲਿਊਟ ਨੂੰ ਸੋਲਵੈਂਟ ਦੇ ਵਿੱਚ ਡਿਜ਼ੋਲਵ ਕੀਤਾ ਗਿਆ ਰਿਜ਼ਲਟੈਂਟ ਕੀ ਨਿਕਲਿਆ? ਸੋਲਿਊਸ਼ਨ ਬਣਿਆ। ਅਸੀਂ ਇਸ ਨੂੰ ਕੀ ਕਹਾਂਗੇ? ਸੋਲਿਊਸ਼ਨ ਕਹਾਂਗੇ। ਸੋ ਨਾਓ ਥੀਸ 3 ਟਰਮਸ ਮਸਟ ਬੀ ਕਲੀਅਰ। ਇਹ ਤਿੰਨੇ ਟਰਮਸ ਕਲੀਅਰ ਹੋਣੇ ਚਾਹੀਦੇ ਨੇ। ਬਟ ਇਜ਼ ਸੋਲਿਊਟ ਜੋ ਚੀਜ਼ ਘੋਲੀ ਗਈ ਹੈ, ਬਟ ਇਜ਼ ਸੋਲਵੈਂਟ ਜਿਹਦੇ ਵਿੱਚ ਘੋਲੀ ਗਈ ਹੈ ਚੀਜ਼, ਹੈ ਨਾ। ਵਟ ਇਜ਼ ਸੋਲਿਊਸ਼ਨ ਜੋ ਚੀਜ਼ ਬਣੀ ਹੈ ਅਸੀਂ ਉਸ ਨੂੰ ਕੀ ਕਹਾਂਗੇ ਬਈ? ਸੋਲਿਊਸ਼ਨ ਬੋਲਾਂਗੇ। ਕੀ ਬੋਲਾਂਗੇ? ਸੋਲਿਊਸ਼ਨ ਬੋਲਾਂਗੇ। ਠੀਕ ਹੈ ਨਾ। ਹੁਣ ਕੀ ਹੋਏਗਾ? ਸੋਲਿਊਸ਼ਨਸ ਆਰ 2 ਟਾਈਪਸ ਹੋਣਗੇ। ਇੱਕ ਤਾਂ ਸਾਡੇ ਪਾਸ ਹੋਏਗਾ ਹੈਟਰੋਜੀਨੀਅਸ ਸੋਲਿਊਸ਼ਨ, ਇੱਕ ਹੋਏਗਾ ਹੋਮੋਜੀਨੀਅਸ ਸੋਲਿਊਸ਼ਨ। ਸਭ ਤੋਂ ਪਹਿਲਾਂ ਇਹ ਵਾਲਾ ਸੋਲਿਊਸ਼ਨ ਜੋ ਬਣਿਆ ਬਿਲਕੁਲ ਦੇਖੋ ਟਰਾਂਸਪੇਰੈਂਟ ਹੈ। ਬਿਲਕੁਲ ਕੀ ਹੈ? ਟਰਾਂਸਪੇਰੈਂਟ ਹੈ। ਆਰ ਪਾਰ ਦੇਖ ਸਕਦੇ ਹਾਂ ਅਸੀਂ। nobody tells कि any material is dissolved in this solvent। ਕਿਸੇ ਵੀ ਚੀਜ਼ ਦੇ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਚੀਜ਼ ਕੀ ਹੋਈ ਹੋਈ ਹੈ? ਡਿਜ਼ੋਲਵ ਹੋਈ ਹੋਈ ਹੈ। ਠੀਕ ਹੈ ਨਾ। in the another beaker if we dissolve we will take small amount of water and we will dissolve chalk powder। we have a chalk and we will dissolve as a solute। so this type of solution is formed। so size of the particle is larger in this solution। ਇਹਦੇ ਵਿੱਚ ਪਾਰਟੀਕਲ ਦਾ ਸਾਈਜ਼ ਕੀ ਹੈ? ਲਾਰਜਰ ਹੈ। ਇਸ ਕਰਕੇ ਇਸ ਸੋਲਿਊਸ਼ਨ ਨੂੰ ਬੋਲਾਂਗੇ ਹੈਟਰੋਜੀਨੀਅਸ ਸੋਲਿਊਸ਼ਨ। ਦੇਖੋ ਨੀਚੇ ਕੀ ਹੈ? ਆ ਨੀਚੇ ਦੇਖੋ ਪਾਰਟੀਕल्स नीचे बैठ गए ये। ठीक है ना।
नीचे बैठ गए, ਇਹਦਾ ਮਤਲਬ ਸਾਫ਼ ਪਤਾ ਚੱਲ ਰਿਹਾ ਹੈ ਕਿ ਸੋਲੂਸ਼ਨ ਕੀ ਹੈ, ਇਕਸਾਰ ਨਹੀਂ ਹੈਗਾ, ਹੋਮੋਜੀਨੀਅਸ ਨਹੀਂ ਹੈਗਾ। ਠੀਕ ਹੈ ਨਾ। ਇਹ ਜਿਹੜਾ ਫਸਟ ਸੋਲੂਸ਼ਨ ਬਣਾਇਆ ਅਸੀਂ, ਫਸਟ ਸੋਲੂਸ਼ਨ ਕੀ ਹੈ, ਦਿਸ ਸੋਲੂਸ਼ਨ ਇਜ਼ ਕਾਲਡ ਹੋਮੋਜੀਨੀਅਸ ਸੋਲੂਸ਼ਨ। ਆਹ ਵਾਲਾ ਜਿਹੜਾ ਸੋਲੂਸ਼ਨ ਹੈ ਇਹ ਕੀ ਹੈ ਬੇਟਾ ਜੀ, ਹੋਮੋਜੀਨੀਅਸ ਹੈ, ਕਿਉਂਕਿ ਬਿਲकुल ट्रांसपेरेंट है। ਜਿਹੜੇ ਦੇ ਪਾਰਟੀਕਲ ਦਾ ਸਾਈਜ਼ ਵੱਡਾ ਹੈ ਨਾ, ਪਾਰਟੀਕਲ ਕੀ ਹੋ ਗਏ, ਨੀਚੇ ਬੈਠ ਗਏ ਸਾਰੇ ਪਾਰਟੀਕਲਸ। ਸਾਈਜ਼ ਕੀ ਹੈ, ਬਹੁਤ ਵੱਡਾ ਸਾਈਜ਼ ਹੈ ਪਾਰਟੀਕਲ ਦਾ। ਇਸ ਸੋਲੂਸ਼ਨ ਨੂੰ ਬੋਲਾਂਗੇ ਅਸੀਂ ਹੈਟਰੋਜੀਨੀਅਸ ਸੋਲੂਸ਼ਨ। ਇਸ ਸੋਲੂਸ਼ਨ ਨੂੰ ਕੀ ਬੋਲਾਂਗੇ, ਹੈਟਰੋਜੀਨੀਅਸ ਸੋਲੂਸ਼ਨ ਬੋਲਾਂਗੇ। ਠੀਕ ਹੈ ਬੇਟਾ ਜੀ। ਤੇ ਇਸ ਨੂੰ ਦੋ ਟਰਮਸ ਹੋਰ ਵੀ ਕਲੀਅਰ ਦਿੱਤੀਆਂ ਜਾਣਗੀਆਂ ਕਿ ਇਹਨਾਂ ਸੋਲੂਸ਼ਨ ਨੂੰ ਅਸੀਂ ਐਂ ਵੀ ਕਹਿ ਸਕਦੇ ਹਾਂ ਕਿ ਮਿਸੀਬਲ ਐਂਡ ਇਮਿਸੀਬਲਸ। ਠੀਕ ਹੈ ਨਾ। ਸੋ ਸਾਲਟ ਇਜ਼ ਡਿਜ਼ੋਲਵਡ, ਸਾਲਟ ਨੂੰ ਕੀ ਕਹਾਂਗੇ ਅਸੀਂ, ਇਹ ਮਿਸੀਬਲ ਹੈ। ਕੀ ਹੈ ਬੇਟਾ ਜੀ, ਇਹ ਮਿਸੀਬਲ ਹੋ ਗਿਆ। ਠੀਕ ਹੈ ਨਾ। ਇਹ ਕੀ ਹੈ, ਇਹ ਇਮਿਸੀਬਲ ਮਟੀਰੀਅਲ ਹੈਗਾ। ਠੀਕ ਹੈ ਨਾ। ਇਸ ਤਰ੍ਹਾਂ ਵੀ ਅਸੀਂ ਇਸ ਨੂੰ ਡੈਫੀਨੇਸ਼ਨ ਦੇ ਸਕਦੇ ਹਾਂ। ਠੀਕ ਹੈ ਨਾ। ਸੋ ਸੈਕੰਡ ਟੂ ਟਰਮਸ ਆਰ ਮੋਸਟ ਇੰਪੋਰਟੈਂਟ। ਹਾਂਜੀ, ਨੈਕਸਟ ਸਟੂਡੈਂਟਸ ਬੇਟਾ ਜੀ ਟੂ ਟਰਮਸ ਆਰ ਮੋਸਟ ਇੰਪੋਰਟੈਂਟ ਹੈ, ਫਲੋਟ ਐਂਡ ਸਿੰਕ। ਕਿਹੜੀ ਹੈ ਬੇਟਾ ਜੀ, ਫਲੋਟ ਐਂਡ ਸਿੰਕ। ਠੀਕ ਹੈ ਨਾ। ਸੋ ਜੇ ਅਸੀਂ ਇਹਦੀ ਡੈਫੀਨੇਸ਼ਨ ਪੜ੍ਹੀਏ ਕਿ ਦੀ ਸਬਸਟਾਂਸ ਵਿਚ ਆਰ ਇਨਸੋਲੂਬਲ ਇਨ ਵਾਟਰ ਦੇ ਆਈਦਰ ਸਿੰਕ ਟੂ ਦੀ ਬਾਟਮ ਔਰ ਫਲੋਟ। ਇਹਦਾ ਮਤਲਬ ਕੀ ਹੈ, ਸਿੰਕ ਤੇ ਫਲੋਟ ਦਾ ਮਤਲਬ ਕੀ ਹੈ। ਸਪੋਜ਼ ਕਰੋ ਕਿ ਆਪਣੇ ਪਾਸ ਕੋਈ ਇਹ ਪੀਸ ਆਫ ਪੇਪਰ ਹੈ ਨਾ, ਇਹ ਦੇਖੋ ਅਸੀਂ ਪੇਪਰ ਦਾ ਇੱਕ ਪੀਸ ਲਿਆ, ਉਹ ਅਸੀਂ ਵਾਟਰ ਦੇ ਉੱਪਰ ਛੱਡਿਆ ਹੈ ਨਾ, ਤਾਂ ਕੀ ਹੋ ਗਿਆ, ਇਹ ਫਲੋਟ ਕਰ ਰਿਹਾ ਹੈ। ਕੀ ਕਰ ਰਿਹਾ ਬੇਟਾ ਜੀ, ਫਲੋਟ ਕਰ ਰਿਹਾ, ਦੇਖੋ ਉੱਪਰ ਤੈਰ ਰਿਹਾ ਹੈ। ਠੀਕ ਹੈ ਨਾ। ਫਲੋਟ ਕਰਨਾ ਮੀਨਸ ਕਿ ਤੈਰਨਾ। ਠੀਕ ਹੈ ਨਾ। ਇਫ ਵੀ ਟੇਕ ਕੇ ਵਨ ਪੀਸ ਆਫ ਮੈਟਲ, ਜੇ ਅਸੀਂ ਇੱਕ ਮੈਟਲ ਦਾ ਪੀਸ ਲਿਆ, ਇਹਨੂੰ ਵਾਟਰ ਦੇ ਵਿੱਚ ਛੱਡਾਂਗੇ, ਇਹ ਕੀ ਹੋ ਗਿਆ, ਨੀਚੇ ਸਿੰਕ ਹੋ ਗਿਆ। ਨੀਚੇ ਕੀ ਹੋ ਗਿਆ, ਸਿੰਕ ਹੋ ਗਿਆ। ਦੇਖੋ ਸਿੰਕ ਦਾ ਮਤਲਬ ਹੈ ਕੀ ਹੈ, ਡੁੱਬਣਾ। ਇਹ ਬਿਲਕੁਲ ਬਾਟਮ ਤੇ ਕੀ ਹੋ ਗਿਆ, ਸਿੰਕ ਹੋ ਜਾਂਦਾ ਹੈ। ਇਹ ਪੀਸ ਆਫ ਪੇਪਰ ਵਿਲ ਵੀ ਫਲੋਟ ਔਨ ਦੀ ਵਾਟਰ ਸਰਫੇਸ। ਇਹ ਕੀ ਹੈ, ਪੇਪਰ ਜਿਹੜਾ ਹੈਗਾ ਇੱਕ ਪੀਸ, ਉਹ ਕੀ ਕਰ ਰਿਹਾ ਹੈ, ਵਾਟਰ ਦੇ ਸਰਫੇਸ ਤੇ ਕੀ ਕਰ ਰਿਹਾ ਬੇਟਾ ਜੀ, ਫਲੋਟ ਕਰ ਰਿਹਾ ਹੈ। ਸੋ ਇਹ ਟੂ ਟਰਮਸ ਮਸਟ ਬੀ ਕਲੀਅਰ। ਇਹ ਦੋ ਟਰਮਾਂ ਵੀ ਕੀ ਹੋਣੀ ਚਾਹੀਦੀਆਂ ਨੇ, ਕਲੀਅਰ ਹੋਣੀ ਚਾਹੀਦੀਆਂ ਨੇ ਬੇਸਿਕਲੀ, ਕਿ ਫਲੋਟ ਐਂਡ ਸਿੰਕ। ਫਲੋਟ ਦਾ ਮਤਲਬ ਕੀ ਹੁੰਦਾ ਬੇਟਾ ਜੀ, ਤੈਰਨਾ, ਤੇ ਸਿੰਕ ਦਾ ਮਤਲਬ ਕੀ ਹੁੰਦਾ ਬੇਟਾ ਜੀ, ਡੁੱਬਣਾ। ਠੀਕ ਹੈ ਨਾ। ਇਹ ਦੋ ਟਰਮਸ ਵੀ ਤੁਹਾਡੇ ਕੀ ਹੋਣੇ ਚਾਹੀਦੀਆਂ ਨੇ, ਕਲੀਅਰ ਹੋਣੀਆਂ ਚਾਹੀਦੀਆਂ। ਠੀਕ ਹੈ। ਦੇਖੋ ਵਾਟਰ ਦਾ ਪੀਸ ਕੀ ਕਰ ਰਿਹਾ, ਬਿਲਕੁਲ ਸਰਫੇਸ ਤੇ ਫਲੋਟ ਕਰ ਰਿਹਾ ਹੈ। ਠੀਕ ਹੈ। ਇਹਨੂੰ ਅਸੀਂ ਬਾਹਰ ਕੱਢ ਸਕਦੇ ਹਾਂ। ਤੇ ਸਿੰਕ ਦਾ ਮਤਲਬ ਕੀ ਹੈ, ਡੁੱਬਣਾ। ਆ ਦੇਖੋ ਮੈਟਲ ਦਾ ਪੀਸ ਹੈ, ਬਿਲਕੁਲ ਕੀ ਹੋ ਗਿਆ, ਡੁੱਬ ਗਿਆ ਸੀਗਾ, ਇਹਨੂੰ ਅਸੀਂ ਬਾਹਰ ਕੱਢ ਸਕਦੇ ਹਾਂ। ਠੀਕ ਹੈ ਨਾ। ਇਹ ਸੀਗਾ ਬੇਟਾ ਜੀ ਟੂ ਟਰਮਸ, ਫਲੋਟ ਐਂਡ ਸਿੰਕ। ਨਾਓ ਟੂ ਨੈਕਸਟ ਹੈ ਬੇਟਾ ਜੀ, ਨੈਕਸਟ ਹੈ ਮੈਗਨੈਟਿਕ ਸਬਸਟਾਂਸ ਐਂਡ ਨॉन ਮੈਗਨੈਟਿਕ ਸਬਸਟਾਂਸ। ਮੈਗਨੈਟਿਕ ਸਬਸਟਾਂਸ ਕਿਹੜੇ ਹੈ, ਫਸਟ ਆਫ ਆਲ ਵੀ ਵਿਲ ਟੇਕ ਟੂ ਮੈਗਨੇਟ। ਸਾਡੇ ਪਾਸ ਕੀ ਹੈ, ਦੋ ਮੈਗਨੇਟ ਹੈਗੀਆਂ। ਠੀਕ ਹੈ ਨਾ। ਹੁਣ ਅਸੀਂ ਇਹਨਾਂ ਦੀ ਹੈਲਪ ਦੇ ਨਾਲ ਇੱਕ ਐਕਸਪੈਰੀਮੈਂਟ ਕਰਾਂਗੇ ਕਿ ਵਾਟ ਆਰ ਮੈਗਨੈਟਿਕ ਸਬਸਟਾਂਸ ਐਂਡ ਵਾਟ ਆਰ ਨॉन ਮੈਗਨੈਟਿਕ ਸਬਸਟਾਂਸ। ਵੀ ਆਰ ਟੇਕਿੰਗ ਸਮਾਲ ਅਮਾਊਂਟ ਆਫ ਮੈਟਲਸ। ਅਸੀਂ ਕੁਛ ਕੁ ਮੈਟਲ ਦੇ ਪੀਸ ਲੈ ਰਹੇ ਹਾਂ, ਆਇਰਨ ਹੈ, ਕੋਬਾਲਟ ਹੈ, ਨਿਕਲ ਹੈ। ਠੀਕ ਹੈ ਨਾ। ਤੇ ਇੱਕ ਸਾਈਡ ਤੇ ਅਸੀਂ ਕੀ ਲੈ ਰਹੇ ਹਾਂ, ਕੁਛ ਕੁ ਮਟੀਰੀਅਲ ਪਲਾਸਟਿਕ ਹੈ, ਰਬੜ ਹੈ। ਠੀਕ ਹੈ ਨਾ। ਕੁਛ ਕੁ ਇਸ ਤਰ੍ਹਾਂ ਦੀ ਅਸੀਂ ਕੀ ਲੈ ਰਹੇ ਹਾਂ, ਮਟੀਰੀਅਲ ਜਿਹੜਾ ਉਹ ਲੈ ਰਹੇ ਹਾਂ। ਠੀਕ ਹੈ ਨਾ। ਹੁਣ ਕੀ ਹੈ, ਅਸੀਂ ਕੀ ਕਰਾਂਗੇ ਬੇਟਾ ਜੀ, ਇਹਨੂੰ ਅਸੀਂ ਚੈੱਕ ਕਰਾਂਗੇ ਵਿਦ ਦੀ ਹੈਲਪ ਆਫ ਵਿਦ ਦੀ ਹੈਲਪ ਆਫ ਮੈਗਨੇਟ ਦੇ ਨਾਲ। ਠੀਕ ਹੈ ਨਾ। ਸਭ ਤੋਂ ਪਹਿਲਾਂ ਅਸੀਂ ਮੈਗਨੇਟ ਨੂੰ ਚੈੱਕ ਕਰਾਂਗੇ, ਮੈਗਨੇਟ ਲਾ ਕੇ ਦੇਖਾਂਗੇ ਕਿ ਦੋ ਸਬਸਟਾਂਸ ਆਰ ਅਟਰੈਕਟਡ ਟੂਵਰਡ ਦਾ ਮੈਗਨੇਟ ਆਰ ਕਾਲਡ ਮੈਗਨੈਟਿਕ ਸਬਸਟਾਂਸ। ਜਿਹੜੇ ਸਬਸਟਾਂਸ ਮੈਗਨੇਟ ਵੱਲ ਕੀ ਹੁੰਦੇ ਨੇ, ਅਟਰੈਕਟ ਹੁੰਦੇ ਨੇ। ਦੇਖੋ ਦੋ ਸਬਸਟਾਂਸ ਵਿਚ ਆਰ ਅਟਰੈਕਟਡ ਟੂਵਰਡ ਦਾ ਮੈਗਨੇਟ ਆਰ ਕਾਲਡ ਮੈਗਨੈਟਿਕ ਸਬਸਟਾਂਸ। ਆ ਸਬਸਟਾਂਸ ਕਿੱਧਰ ਹੋ ਗਏ, ਮੈਗਨੈਟਿਕ ਵੱਲ ਅਟਰੈਕਟ ਹੋ ਗਏ, ਇਸ ਕਰਕੇ ਇਹਨੂੰ ਕੀ ਬੋਲਾਂਗੇ ਅਸੀਂ, ਮੈਗਨੈਟਿਕ ਸਬਸਟਾਂਸ ਬੋਲਾਂਗੇ। ਠੀਕ ਹੈ ਬੇਟਾ ਜੀ। ਦੂਸਰੀ ਸਾਈਡ 'ਤੇ ਅਸੀਂ ਮੈਗਨੇਟ ਇਹਦੇ ਨਾਲ ਤੁਸੀਂ ਚੈੱਕ ਕਰਦੇ ਹਾਂ ਕਿ ਇਹਦੇ ਨਾਲ ਕੀ ਹੈ, ਜਦੋਂ ਤੁਸੀਂ ਦੇਖੋ ਇਹ ਪਲਾਸਟਿਕ ਨਾਲ ਲਗਾ ਰਹੇ ਹਾਂ, ਰਬੜ ਦੇ ਨਾਲ ਲਗਾ ਰਹੇ ਹਾਂ, ਇਹ ਅਟਰੈਕਟ ਨਹੀਂ ਹੁੰਦੇ ਹੈਗੇ। ਠੀਕ ਹੈ ਨਾ। ਇਸ ਕਰਕੇ ਇਹਨਾਂ ਨੂੰ ਕੀ ਬੋਲਾਂਗੇ, ਦੀ ਸਬਸਟਾਂਸ ਵਿਚ ਆਰ ਨਾਟ ਅਟਰੈਕਟਡ ਬਾਈ ਮੈਗਨੇਟ ਆਰ ਕਾਲਡ ਨॉन ਮੈਗਨੈਟਿਕ ਸਬਸਟਾਂਸ। ਇਹ ਕੀ ਹੋ ਗਿਆ, ਪਲਾਸਟਿਕ ਹੈ, ਵੁੱਡ ਹੈ। ਠੀਕ ਹੈ ਨਾ। ਸਾਡੇ ਪਾਸ ਕੁਛ ਵੀ ਪੇਪਰ ਹੈ। ਠੀਕ ਹੈ ਨਾ। ਇਹ ਸਾਰੇ ਕੀ ਨੇ, ਇਹ ਸਾਰੇ ਦੇ ਸਾਰੇ ਕੀ ਨੇ, नॉन मैगनैटिक सबसटांस ने। ठीक है बेटा जी। हुण ये दोबारा फिर देख लो कि दो सबसटांस आर अट्रैक्टेड टूवर्ड द मैगनेट। जिहड़े सबसटांस कोबाल्ट निकल
ठीक है ना। ਜਿਹੜੇ ਕੀ ਨੇ ਸਾਰੇ ਸਟੀਲ, ਕੋਬਾਲਟ, ਨਿਕਲ, ਇਹ ਸਾਰੇ ਮੈਗਨੇਟ ਵੱਲ ਅਟਰੈਕਟ ਹੋ ਜਾਣ, ਉਹਨਾਂ ਨੂੰ ਅਸੀਂ ਕੀ ਕਹਾਂਗੇ, ਮੈਗਨੈਟਿਕ ਸਬਸਟਾਂਸ ਬੋਲਾਂਗੇ। ਠੀਕ ਹੈ ਨਾ। ਜਿਹੜੇ ਅਸੀਂ ਮੈਗਨੇਟ ਵੱਲ ਅਟਰੈਕਟ ਨਹੀਂ ਹੁੰਦੇ ਹੈਗੇ, ਠੀਕ ਹੈ ਨਾ, ਮੈਗਨੇਟ ਵੱਲ ਨਹੀਂ ਅਟਰੈਕਟ ਹੁੰਦੇ, ਉਹਨਾਂ ਨੂੰ ਅਸੀਂ ਕੀ ਕਹਾਂਗੇ, ਨॉन ਮੈਗਨੈਟਿਕ ਸਬਸਟਾਂਸ ਕਹਾਂਗੇ। ਠੀਕ ਹੈ ਬੇਟਾ ਜੀ। ਆਹ ਦੇਖੋ ਸਾਰੇ ਦੇ ਸਾਰੇ ਜਿਹੜੇ ਹੈਗੇ, ਠੀਕ ਹੈ ਨਾ, ਇਹ ਸਾਰੇ ਕੀ ਹੈ, ਇਹ ਮੈਗਨੈਟਿਕ ਸਬਸਟਾਂਸ ਨੇ। ਆ ਕੀ ਨੇ, ਨॉन ਮੈਗਨੈਟਿਕ ਸਬਸਟਾਂਸ ਹੈਗੇ ਹੈ, ਜਿਹੜੇ ਇੱਧਰਲੀ ਸਾਈਡ 'ਤੇ ਹੈਗੇ ਹੈ। ਰਾਬੜ ਹੈ, ਪਲਾਸਟਿਕ ਹੈ, ਠੀਕ ਹੈ ਨਾ, ਪੇਪਰ ਹੈ, ਇਹਨਾਂ ਨੂੰ ਬੋਲਾਂਗੇ ਨॉन ਮੈਗਨੈਟਿਕ ਸਬਸਟਾਂਸ। ਜਿਹੜੇ ਅਟਰੈਕਟ ਹੋ ਗਏ ਉਹਨਾਂ ਨੂੰ ਕੀ ਬੋਲਾਂਗੇ ਅਸੀਂ, ਮੈਗਨੈਟਿਕ ਸਬਸਟਾਂਸ। ਠੀਕ ਹੈ ਬੇਟਾ ਜੀ। ਸੋ ਨੈਕਸਟ ਸੀ ਆ, नेक्स्ट 2 टर्म्स इंपॉर्टेंट हो रहा है, ट्रांसपेरेंट, ओपेक एंड ट्रांसलूसेंट। ठीक है ना। ये इंपॉर्टेंट टर्म्स ने, ये बिल्कुल इस तो पता लगता है बेटा जी, ट्रांसपेरेंट। ठीक है ना। एक असी गल करते हैं बिल्कुल ट्रांसपेरेंट तो बाद असी गल करते हैं असी ओपेक, उस तो बाद असी एक गल करते हैं, उस तो बाद असी एक गल करते हैं कादी बेटा जी, बिल्कुल ट्रांसपेरेंट। ठीक है ना। एक है ओपेक, बिल्कुल असी ओपेक की गल करांगे, इस साइड ते रखांगे ओपेक, पहले नंबर ते रख लेने ओपेक, नंबर 2 ते ट्रांसलूसेंट, नंबर 3 ते ट्रांसपेरेंट। बस ये सबस्टांस तुहानूं वैसे कई वारी साइंटिफिक दे तौर ते पुछे जांदे ने, साइंस दे विच छोटियां लोअर क्लासिस दे विच भी। ये सब तो पहलां तां देखो ओपेक की चीज़ है बेटा जी। ओपेक की चीज़ है, बिल्कुल असी एक कार्डबोर्ड लिया होया, एक बोर्ड लिया गया है जिहदे आर पार असी नहीं देख सकते हैगे, असी इसनूं की बोलांगे, असी इसनूं बोलांगे बेटा जी ओपेक। ठीक है ना। ओपेक कोई भी चीज़ हो सकती है जिहदे असी आर पार नहीं देख सकते हैगे। ठीक है ना। कोई भी मतलब जे असी देखिए ओपेक दी एग्जाम्पल असी वुड भी लै सकते हैं, वॉल भी कह सकते हैं, बुक भी लै सकते हैं। ठीक है ना। कोई भी साडे पास कार्डबोर्ड है, ठीक है ना, असी आर पार नहीं देख सकते, इहदा मतलब एक वस्तु किहड़ी हैगी है, विच सबस्टांस, किहड़ा सबस्टांस है बेटा जी, ओपेक बोलांगे। की बोलांगे, ओपेक बोलांगे। ठीक है ना। सैकंड असी एक होर गिलास लिया, जिवें गिलास जिहदे असी थोड़ा जिहा मतलब आर पार नहीं देख सकते हैगे। ठीक है ना। ये थोड़ा जिहा की है, गुमैला जिहा हैगा, जां असी किसी पेपर के उपर की लगा लीए, किसी पेपर के उपर की लगा लीए, उसमें थोड़ा जिहा ऑयल लगा लीए, उन्होंने असी की बोलांगे ओपेक, मतलब दिखता रहे, पूरा क्लीयर नहीं है। ठीक है ना। दूसरी साइड पर बिल्कुल क्लीयर नहीं दिंदा, तो इसनूं कहांगे ट्रांसलूसेंट बोलांगे। ठीक है बेटा जी। सो नैक्सट है ट्रांसपेरेंट। आ देखो एक बिल्कुल, ठीक है ना, तो इस तरह का जोड़ा एक पीस ऑफ, ठीक है ना, एक कंच का टुकड़ा लिया गया, ठीक है ना, पेपर ऑफ एक पीस ऑफ गिलास है, कंच का टुकड़ा है, ये असी आर पार देख सकते हैं। ठीक है ना। देखो अखर दिख रहे हैं तुहानूं, आह वाले जोड़े अखर हैगे, ठीक है ना, आह वाले लिखे हुए हैं। ठीक है ना। ये क्लीयर दिख रहे हैं, सारे आर पार देख सकते हैं। इसका मतलब की है बेटा जी, ये बिल्कुल आर पार दिख रहा है, ट्रांसपेरेंट है। ये की बोलांगे, ट्रांसपेरेंट है। लोअर क्लास के भी बेटा जी ये छोटी छोटी टर्म्स की हो जाते हैं, पूछिया जांदियां ने। ठीक है ना। सो आई होप कि तुहानूं ये छोटे छोटे जड़ियाँ साइंस दियाँ बेसिक एक्सपैरीमेंट सीगे, बेसिक नॉलेज सीगी, तुहानूं समझ लग गई होवेगी, बेसिक जिहड़े कंसैप्ट सीगे बिल्कुल तुहानूं समझ लग गया होएगा। ठीक है ना। तो आई होप कि तुसीं इहनूं बिल्कुल की करोगे बेटा जी, यू कैन डू एट होम, तुसीं देख भी सकते हो करके, तो तुसीं अपनी साइंस नूं की बना सकते हो, इंटरस्ट बना सकते हो। यू कैन क्रिएट की कर सकते हो बेटा जी, साइंस दे विच अपना इंटरस्ट है जिहड़ा वो होर ज़्यादा क्रिएट कर सकते हो। ठीक है। तो थैंक्स, हैव ए नाइस डे बेटा जी। ओके।